हर मन वस्त नानक होत निहाल। गुरु प्यारी साध संगत जी, श्री गुरु ग्रंथ साहिब जी महाराज तिन्हां दी मेहर दा सदका सानू गुरु दरबार दीयां हाजरियां भरन दा कीमती समा प्राप्त होया है। वड्डे भागां दी निशानी है। अज दा पावन हुक्मनामा गुरु अर्जन देव जी महाराज सच्चे पातशाह जी उन्हां दी रसना तो अष्टपदियां दे रूप विच गायन कीता होया है। सो आओ गुरबाणी विचार नूं आपां आरंभ करिए। प्रथम प्यार अदब सहत आखो जी वाहिगुरु जी का खालसा वाहिगुरु जी की फतेह। गुरु अर्जन देव जी महाराज इस 759 अंग के उपर जो पावन श्री मुखवाक दर्ज है, सूही राग दे विच 8 पदियां वाले इस शब्द दे विच गुरु जी मनुख दे मन की जिहड़ी हालत हुंदी आ, जिहड़ा गुरु दे नालों टुटिया हुंदा, जो यादां करके सिमरती करके गुरु नालों विछड़िया हुंदा, ਉਹਦੇ मन च की फुरने चलते ने, की ख्याल चलते हैं, उन्हां दा ही जिक्र। राग सूही अष्टपदियां महला पंजवा कर पहला। एक ओंकार सतगुर प्रसाद औरज रहियो बिख्या कै संगा, मने व्यापत अनक तरंगा। औरज रहियो बिख्या कै संगा, मने व्यापत अनक तरंगा। कहते ने जिमें कि समुंदर लहरां तो बिना हो ही नहीं सकता, मन जिहड़ा है एक उखड़े हुए बंदे दा वो ख्यालां तो बिना हो ही नहीं सकता। बहुते ख्यालां दे वेग जिवें समुंदर दे विच बहुत लहरां बनदियां ने, मिट जांदियां ने, बनदियां ने, मिट जांदियां ने। लहरां तो बिना समुंदर नहीं हुंदा, समस्यावां तो बिना जिंदगी नहीं हुंदी। उरज रहियो बिख्या कै संगा, मने व्यापत अनक तरंगा। मनुख दा जिहड़ा मन आ उलझ जांदा है विख्या दे विच, दूजे भाव दे विच, ਉਹ चीज़ां दे विच ਜਿਹੜੀਆਂ ਇਹਨੂੰ सुखी होने का भुलेखा दिंदियां ने पर सुखी करदियां नहीं। औरज रहियो बिख्या कै संगा, मने व्यापत अनक तरंगा। वो चीज़ां ਜਿਹੜੀਆਂ ਇਹਨੂੰ सिर्फ भुलेखा पाउंदियां ने कि ਇਹ ਤੈਨੂੰ मिल गईयां ते तू बहुत आनंदमई हो जाएगा। उन्हां नूं पाउण दी इच्छा दीयां तरंगां अंदर चलदियां ने, उन्हां नूं पाउण दे ख्याल अंदर वगदे ने। मेरे मन अगम अगोचर, कत पाईए पूरन परमेश्वर। गुरु अर्जन देव जी कहते हे मेरे मना, परमात्मा जिहड़ा है वो अगम अपहुँच अभावगी अगोचर है,
ਹੁਣ ਉਹਦੇ ਤੱਕ ਪਹੁੰਚਣਾ, ਉਹਦਾ ਅੰਤ ਲੱਭਣਾ, ਓੜਕ ਲੱਭਣਾ ਬੜਾ ਕਠਿਨ ਆ। ਕਾਰਨ ਕੀਆ ਕਿ ਕਤ ਪਾਈਐ ਪੂਰਨ ਪਰਮੇਸ਼ਰ। ਐਸੇ ਪਰਮੇਸ਼ਰ ਨੂੰ ਕਿਵੇਂ ਪਾਇਆ ਜਾ ਸਕਦਾ ਹੈ? ਜਦੋਂ ਤੱਕ ਮਨ ਦੇ ਵਿੱਚ ਇੱਕ ਚੀਜ਼ ਟਿਕੀ ਹੋਈ ਆ, ਉਹਨੂੰ ਕੱਢੇ ਤੋਂ ਬਿਨਾਂ ਕਦੇ ਵੀ ਗੁਰੂ ਨੂੰ ਪਾਇਆ ਨਹੀਂ ਜਾ ਸਕਦਾ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਇੱਕ ਗਲਾਸ ਦੇ ਵਿੱਚ ਜੇਕਰ ਦੁੱਧ ਹੈ, ਉਹਦੇ ਵਿੱਚ ਆਪਾਂ ਕੋਈ ਹੋਰ ਚੀਜ਼ ਪਾਉਣੀ ਚਾਹੁੰਦੇ ਹਾਂ ਤਾਂ ਪਹਿਲਾਂ ਸਾਨੂੰ ਦੁੱਧ ਬਾਹਰ ਕੱਢਣਾ ਪਵੇਗਾ, ਫਿਰ ਦੂਜੀ ਚੀਜ਼ ਕਿਤੇ ਜਾ ਕੇ ਉਹ 'ਚ ਸਮਾਵੇਗੀ। ਇੱਕ ਜਗ੍ਹਾ ਕੋਈ ਚੀਜ਼ ਟਿਕੀ ਹੋਈ ਆ, ਉਹਨੂੰ ਪਾਸੇ ਕਰਾਂਗੇ ਉਸ ਜਗ੍ਹਾ ਤੇ ਫਿਰ ਦੂਜੀ ਚੀਜ਼ ਆ ਕੇ ਟਿਕ ਸਕੇਗੀ। ਇਵੇਂ ਜੇਕਰ ਮਨ ਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਬੁਰੇ ਖਿਆਲ ਪਏ ਹੋਣ, ਉੱਥੇ ਚੰਗੀ ਚੀਜ਼ ਕਿਵੇਂ ਟਿਕ ਸਕਦੀ ਆ? ਉੱਥੇ ਸਦਗੁਣ ਕਿਵੇਂ ਰਹਿ ਸਕਦੇ ਨੇ? ਧੱਕੇ ਨਾਲ ਕੋਸ਼ਿਸ਼ ਕਰਾਂਗੇ ਤਾਂ ਵੀ ਨਹੀਂ। ਇਸ ਕਰਕੇ ਪਹਿਲੀ ਜਿਹੜੀ ਚੀਜ਼ ਆ ਉਹਨੂੰ ਲਾਂਭੇ ਕਰਨਾ ਪਵੇਗਾ, ਪਾਸੇ ਹਟਾਉਣਾ ਪਵੇਗਾ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਇਸ ਕਰਕੇ ਹੇ ਇਨਸਾਨ, ਤੇਰਾ ਮਨ ਜਿਹੜਾ ਹੈ ਉਰਜ ਰਹਿਓ ਬਿਖਿਆ ਕੈ ਸੰਗਾ, ਮਨੇ ਵਿਆਪਤ ਅਨਕ ਤਰੰਗਾ। ਜਿਹੜੇ ਮਨ ਦੇ ਵਿੱਚ ਜ਼ਹਿਰ ਭਰੀ ਹੋਵੇ, ਜਿਹੜਾ ਮਨ ਉਲਝਿਆ ਪਿਆ ਹੋਵੇ, ਉਹਦੇ ਵਿੱਚ ਕਿਸ ਪ੍ਰਕਾਰ ਸ਼ਾਂਤੀ ਸਮਾ ਸਕਦੀ ਆ? ਜਿਹੜਾ ਮਨ ਉਧੜਿਆ ਪਿਆ ਹੋਵੇ, ਤਾਣੇ ਪਿੱਟੇ ਉਲਝੇ ਪਏ ਹੋਣ, ਉਹਦੇ ਵਿੱਚ ਕਿਵੇਂ ਕਢਾਈ ਵਾਲਾ ਜਿਹੜਾ ਨਾਮ ਦਾ ਰੰਗ ਆ, ਉਹਦਾ ਕਸੀਦਾ ਜਿਹੜਾ ਕੱਢਿਆ ਜਾ ਸਕਦਾ? ਮਨੈ ਵਿਆਪਤ ਅਨਕ ਤਰੰਗਾ। ਜਿਹੜੇ ਮਨ ਦੇ ਵਿੱਚ ਜਵਾਰ ਭਾਟੇ ਦੇ ਵਾਂਗ ਤਰੰਗਾਂ ਉੱਠ ਰਹੀਆਂ ਨੇ, ਉੱਪਰ ਨੂੰ ਬਲਬਲੇ ਨੇ, ਉਹ ਕਿਵੇਂ ਸ਼ਾਂਤ ਰਹਿ ਸਕਦਾ? ਮੇਰੇ ਮਨ ਅਗਮ ਅਗੋਚਰ। ਹੈ ਮੇਰੇ ਮਨ, ਪਰਮਾਤਮਾ ਜਿਹੜਾ ਬਹੁਤ ਬੇਅੰਤ ਹੈ, ਅਗੰਮ ਹੈ, ਅਗੋਚਰ ਹੈ। ਕਤ ਪਾਈਐ ਪੂਰਨ ਪਰਮੇਸ਼ਰ। ਕਿਵੇਂ ਉਹ ਪੂਰਨ ਪਰਮੇਸ਼ਰ ਨੂੰ ਪਾਇਆ ਜਾ ਸਕਦਾ? ਇਹੋ ਜਿਹੇ ਮਨ ਦੇ ਨਾਲ, ਇਹੋ ਜਿਹੀ ਅਵਸਥਾ ਦੇ ਨਾਲ ਕਿਵੇਂ ਉਹਦਾ ਬਣਿਆ ਜਾ ਸਕਦਾ? ਅੱਗੇ ਕਹਿੰਦੇ ਨੇ, ਮੋਹ ਮਗਨ ਮੈਂ ਰਹਾ ਵਿਆਪੇ, ਅਤ ਤ੍ਰਿਸ਼ਨਾ ਕਬਹੂ ਨਹੀਂ ਤਰਾਪੇ। ਮਨ ਜਿਹੜਾ ਹੈ ਮੋਹ ਦੇ ਬੰਧਨਾਂ ਦੇ ਵਿੱਚ ਪੂਰਾ ਮਗਨ ਹੈ, ਮਸਤ ਆ। ਗੁਰੂ ਤੇਗ ਬਹਾਦਰ ਜੀ ਇੱਕ ਉਦਾਹਰਨ ਦਿੰਦੇ ਹੁੰਦੇ ਨੇ, ਕਹਿੰਦੇ ਸਾਡਾ ਮਨ ਜਿਵੇਂ ਇੱਕ ਕੰਧ ਹੁੰਦੀ ਆ, ਦੀਵਾਰ, ਉਹਦੇ ਉੱਪਰ ਕੋਈ ਚਿੱਤਰਕਾਰ ਤਸਵੀਰ ਬਣਾਉਂਦਾ ਹੈ ਰੰਗ ਦੇ ਨਾਲ, ਰੰਗਾਂ ਦੇ ਨਾਲ। ਫਿਰ ਕਹਿੰਦੇ ਉਹ ਕੰਧ ਤੇ ਉੱਤੇ ਉਲੀਕੀ ਹੋਈ, ਵਗਲੀ ਹੋਈ ਤਸਵੀਰ ਜਿਹੜੀ ਆ ਉਹ ਵੱਖ ਨਹੀਂ ਹੁੰਦੀ। ਕੰਧ ਢਹਿ ਜਾਂਦੀ ਆ ਪਰ ਚਿੱਤਰੀ ਹੋਈ, ਉਲੀਕੀ ਹੋਈ ਜਿਹੜੀ ਉੱਪਰ ਫੋਟੋ ਆ, ਕੰਧ ਤੋਂ ਵੱਖ ਨਹੀਂ ਹੋ ਸਕੇਗੀ। ਇਵੇਂ ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਨ ਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਨ ਭੀਤ। ਜਿਵੇਂ ਉਹ ਇੰਨੀ ਖੁੱਭ ਜਾਂਦੀ ਉਹਦੇ ਵਿੱਚ ਤਸਵੀਰ ਜਿਹੜੀ ਕੰਧ ਤੇ ਬਣਾਈ ਹੁੰਦੀ ਆ ਰੰਗਾਂ ਦੇ ਨਾਲ, ਕਿ ਕੰਧ ਭਾਵੇਂ ਢਹਿ ਜਾਵੇ ਪਰ ਉਹ ਵਿੱਚੋਂ ਨਿਕਲੇਗੀ ਨਹੀਂ, ਤਾਂ ਵੀ ਉਹ ਨਾਲ ਹੀ ਲੱਗੀ ਰਹਿੰਦੀ ਆ। ਇਵੇਂ ਬੰਦੇ ਦਾ ਜਿਹੜਾ ਮਨ ਆ ਉਹ ਵਿਕਾਰਾਂ ਦੇ ਵਿੱਚ ਇੰਨਾ ਖੁੱਭ ਗਿਆ ਹੈ, ਉਹਨੂੰ ਕੱਢਣਾ ਬਹੁਤ ਔਖਾ। ਮੋਹ ਮਗਨ ਮੈਂ ਰਹਾ ਵਿਆਪੇ, ਅਤ ਤ੍ਰਿਸ਼ਨਾ ਕਬਹੂ ਨਹੀਂ ਤਰਾਪੇ। ਬਸੇ ਕ੍ਰੋਧ ਸਰੀਰ ਚੰਡਾਰਾ, ਅਗਿਆਨ ਨ ਸੂਝੈ ਮਹਾ ਗੁਬਾਰਾ। ਫਿਰ ਇਹਦੇ ਸਰੀਰ ਦੇ ਵਿੱਚ ਕਹਿੰਦੇ ਕ੍ਰੋਧ ਵਸਦਾ ਹੈ ਬੰਦੇ ਦੇ ਅੰਦਰ, ਉਹ ਵੀ ਇਵੇਂ ਹੀ ਆ, ਨਿਕਲ ਨਹੀਂ ਸਕਦਾ। ਇੰਨਾ ਘਰ ਕਰ ਗਿਆ, ਇੰਨਾ ਗੂੜਾ ਹੈ, ਉਹਦਾ ਰੰਗ ਚੜਿਆ ਕਿ ਉਤਰਦਾ ਹੀ ਨਹੀਂ, ਲੈਂਦਾ ਹੀ ਨਹੀਂ।
ਅਗਿਆਨ ਨ ਸੂਝੈ ਮਹਾ ਗੁਬਾਰਾ। ਬੰਦੇ ਦੀ ਅਗਿਆਨਤਾ, ਬੰਦੇ ਦੀ ਨਾ ਸਮਝੀ, ਇਹ ਉਹਨੂੰ ਬਹੁਤ ਪਹਿਲਾਂ ਮਾਰ ਦਿੰਦੀ ਆ। ਮੌਤ ਤਾਂ ਤੁਹਾਨੂੰ ਬਾਅਦ 'ਚ ਮਾਰਦੀ ਆ, ਬੰਦੇ ਦੀ ਨਾ ਸਮਝੀ ਕਿਤੇ ਪਹਿਲਾਂ ਉਹਨੂੰ ਮਾਰ ਦਿੰਦੀ, ਕਿਤੇ ਪਹਿਲਾਂ ਖਤਮ ਕਰ ਦਿੰਦੀ ਆ। ਅਗਿਆਨ ਨ ਸੂਝੈ ਮਹਾ ਗੁਬਾਰਾ। ਅਗਿਆਨੀ ਬੰਦਾ ਅਸਲ ਸੱਚ ਨੂੰ ਸਮਝ ਹੀ ਨਹੀਂ ਪਾਉਂਦਾ। ਉਹਦੀ ਭਟਕਣਾ, ਉਹਦੀ ਜ਼ਿੰਦਗੀ ਇੱਦਾਂ ਹੀ ਸਮਾਪਤ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਭ੍ਰਮਤ ਵਿਆਪਤ ਜਰੇ ਕਵਾਰਾ, ਜਾਣ ਨ ਪਾਈਏ ਪ੍ਰਭ ਦਰਬਾਰਾ। ਉਹ ਭੁੱਲਿਆ ਹੋਇਆ, ਭਟਕਿਆ ਹੋਇਆ, ਤੇ ਇਸ ਪ੍ਰਕਾਰ ਆਪਦੀ ਜ਼ਿੰਦਗੀ ਜਿਹੜੀ ਆ ਸੱਖਣੀ ਹੋ ਕੇ ਨਾਮ ਤੋਂ ਕੱਢ ਲੈਂਦਾ। ਆਸਾ ਅੰਦੇਸਾ ਬੰਦ ਪਰਾਨਾ, ਮਹਿਲ ਨ ਪਾਵੇ ਫਿਰਤ ਬੇਗਾਨਾ। ਉਹਦੀਆਂ ਲਾਈਆਂ ਹੋਈਆਂ ਆਸਾ, ਉਮੀਦਾਂ, ਜਿਨ੍ਹਾਂ ਤੇ ਉਹਨੂੰ ਬੜਾ ਮਾਣ ਹੁੰਦਾ, ਇੱਕ ਦਿਨ ਸਾਰੀਆਂ ਪਲ ਦੇ ਵਿੱਚ ਬੇਗਾਨੀਆਂ ਹੋ ਜਾਂਦੀਆਂ ਨੇ, ਓਪਰੀਆਂ ਹੋ ਜਾਂਦੀਆਂ ਨੇ। ਫਿਰ ਉਹ ਕਿਵੇਂ ਪ੍ਰਭੂ ਦੇ ਦਰਬਾਰ ਵਿੱਚ ਸੋਭਾ ਪਾ ਸਕਦਾ? ਇੱਕ ਪਲ ਦੇ ਵਿੱਚ ਬੇਗਾਨਾ ਹੋ ਕੇ ਇੱਥੋਂ ਤੁਰ ਜਾਂਦਾ ਹੈ। ਸਗਲ ਬਿਆਦ ਕੇ ਵਸ ਕਰ ਦੀਨਾ, ਫਿਰਤ ਪਿਆਸ ਜਿਉ ਜਲ ਬਿਨ ਮੀਨਾ। ਸਾਰੇ ਪਾਸੇ ਇਉਂ ਭੱਜਦਾ ਜਿਵੇਂ ਇੱਕ ਮੱਛੀ ਹੁੰਦੀ ਆ, ਮੀਨ ਜਿਹਨੂੰ ਕਹਿੰਦੇ ਨੇ, ਪਾਣੀ ਤੋਂ ਬਿਨਾਂ ਤੜਫਦੀ ਆ, ਪਾਣੀ ਤੋਂ ਬਿਨਾਂ ਤੜਫਦੀ ਤੜਫਦੀ ਮਰ ਜਾਂਦੀ ਆ। ਇਵੇਂ ਇਨਸਾਨ ਸੱਚ ਤੋਂ ਬਿਨਾਂ ਤੜਫਦਾ ਤੜਫਦਾ ਮਰ ਜਾਂਦਾ ਹੈ। ਉਹਦੀ ਕੋਈ ਪੁੱਛ ਗਿੱਛ ਨਹੀਂ ਹੁੰਦੀ। ਪ੍ਰਭੂ ਕੇ ਦਰਬਾਰ ਦੇ ਵਿੱਚ ਕਛੂ ਸਿਆਣਪ ਉਗਤ ਨ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ। ਕਹਿੰਦੇ ਨੇ ਸਾਡੀਆਂ ਸਿਆਣਪਾਂ, ਸਾਡੀਆਂ ਚਲਾਕੀਆਂ, ਸਾਡੀਆਂ ਚਤਰਾਈਆਂ ਇਹ ਕਿਸੇ ਵੀ ਕੰਮ ਨਹੀਂ ਆਉਂਦੀਆਂ। ਹੇ ਪ੍ਰਭੂ, ਇੱਕ ਤੇਰੀ ਹੀ ਆਸ ਆ ਹੁਣ। ਤੂੰ ਹੀ ਸੱਚਾ ਠਾਕੁਰ ਆ, ਤੂੰ ਹੀ ਸਾਨੂੰ ਬਾਂਹ ਫੜ ਕੇ ਨਗਾਉਣ ਵਾਲਾ ਹੈ। ਕਰੋ ਬੇਨਤੀ ਸੰਤਨ ਪਾਸੇ, ਮੇਲ ਲਹਿੂ ਨਾਨਕ ਅਰਦਾਸੇ। ਇਹ ਚਲਾਕੀਆਂ ਛੱਡ ਕੇ ਰੱਬ ਦੇ ਜਿਹੜੇ ਪਿਆਰੇ ਹਨ ਉਹਨਾਂ ਦੇ ਪਾਸ ਅਰਦਾਸ ਕਰਨੀ ਚਾਹੀਦੀ ਹੈ, ਉਹਨਾਂ ਦੇ ਪਾਸ ਫਰਿਆਦ ਕਰਨੀ ਬਣਦੀ ਆ। ਫਿਰ ਉਹ ਮੇਲ ਲਹਿੋ ਨਾਨਕ ਅਰਦਾਸੇ। ਉਹਨਾਂ ਕੋਲ ਕੋਈ ਕਲਾ ਹੈ ਵੱਖਰੀ ਕਿ ਉਹ ਮਿਲਾ ਸਕਦੇ ਨੇ ਗੁਰੂ ਦੇ ਨਾਲ, ਮਿਲਾ ਸਕਦੇ ਨੇ ਪਰਮਾਤਮਾ ਦੇ ਨਾਲ। ਕੀਤੀ ਹੋਈ ਅਰਦਾਸ ਜੇ ਕਬੂਲ ਹੋ ਜਾਵੇ, ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਜਦੋਂ ਹੀ ਕਿਰਪਾਲੂ ਹੋ ਜਾਂਦੇ ਨੇ ਗੁਰੂ ਜੀ, ਉਦੋਂ ਹੀ ਬੰਦੇ ਨੂੰ ਸਾਧ ਸੰਗ ਮਿਲਦੀ ਆ। ਸਾਧ ਸੰਗ ਦੇ ਰਾਹੀਂ ਉਹਨੂੰ ਰਾਜ ਆ ਜਾਂਦਾ। ਰੱਜਿਆ ਹੋਇਆ ਮਨੁੱਖ ਰਾਜਾ ਬਣ ਜਾਂਦਾ। ਰਾਜਾ ਜਦੋਂ ਬਣ ਜਾਂਦਾ ਉਹਦੇ ਕੋਲ ਸਬਰ ਆ ਜਾਂਦਾ। ਸਬਰ ਦੇ ਨਾਲ ਉਹ ਸਾਰੀ ਦੁਨੀਆ ਤੋਂ ਨਿਆਰਾ ਹੋ ਜਾਂਦਾ। ਇਵੇਂ ਉਹ ਪਰਮਾਤਮਾ ਦੇ ਦਰ ਦਾ ਸੇਵਕ, ਦਾਸ, ਉਹਦਾ ਚਾਕਰ ਤੇ ਉਹਦਾ ਜਨ ਬਣ ਜਾਂਦਾ। ਇਹਦੀ ਸਾਰੇ ਪਾਸੇ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਉਹ ਫਿਰ ਸੋਭਾ ਪਾਉਂਦੇ ਨੇ ਉਹਦੇ ਜਨ ਜਿਹੜੇ ਨੇ, ਪੰਚੇ ਸੋਹੇ ਦਰ ਰਾਜਾਨ। ਉਹ ਸੋਭਾ ਪਾਉਂਦੇ ਨੇ, ਸੋਹਣੇ ਲੱਗਦੇ ਨੇ। ਜਿਨ੍ਹਾਂ ਦਾ ਪੰਚਾਂ ਕਾ ਗੁਰ ਏਕ ਧਿਆਨ, ਜਿਨ੍ਹਾਂ ਦਾ ਧਿਆਨ ਸਿਰਫ ਤੇ ਸਿਰਫ ਇੱਕ ਤੇ ਟਿਕਿਆ ਹੋਇਆ, ਬਹੁਤਿਆਂ ਤੇ ਨਹੀਂ। ਅਸਲ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਾਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਮਨੁੱਖ ਇੱਕ ਖਿਆਲ ਦਾ ਨਾਮ ਆ, ਇੱਕ ਸੋਚਣੀ ਦਾ ਨਾਮ ਆ, ਇੱਕ ਵਿਚਾਰਾਂ ਦਾ, ਖਿਆਲਾਂ ਦਾ ਭੰਡਾਰ ਆ। ਜਿਹੋ ਜਿਹੇ ਕਿਸੇ ਦੇ ਵਿਚਾਰ ਹੋ ਜਾਂਦੇ ਨੇ, ਉਹੋ ਜਿਹਾ ਉਹ ਇਨਸਾਨ ਬਣ ਜਾਂਦਾ। ਜਿਹਦੇ ਅੱਜ ਵਿਚਾਰ ਚੰਗੇ ਨੇ, ਜਿਹਦੀ ਅੱਜ ਸੋਚਣੀ ਚੰਗੀ ਆ, ਉਹਦੇ ਕਰਮ ਚੰਗੇ ਨੇ। ਜਿਹਦੀ ਅੱਜ ਸੋਚਣੀ ਮਾੜੀ ਆ,
ਮੈਲੀ ਆ, ਉਹਦੇ ਕਰਮ ਵੀ ਮੈਲੇ ਹੋਣਗੇ। ਜਿਹੋ ਜਿਹਾ ਧਰਤੀ ਵਿੱਚ ਪਾਣੀ ਹੋਵੇਗਾ ਉਹ ਜਿਹੇ ਅਸੀਂ ਕੱਢ ਸਕਾਂਗੇ। ਜਿਹੋ ਜਿਹੇ ਕਿਸੇ ਦੇ ਅੰਦਰ ਖਿਆਲ ਦੱਬੇ ਹੋਏ ਨੇ ਬਿਲਕੁਲ ਉਹੋ ਜਿਹੇ ਉਹਦੇ ਕਰਮ ਹੋਣਗੇ। ਔਰਜ ਰਹਿਓ ਵਿਖਿਆ ਕੈ ਸੰਗਾ, ਮਨੈ ਵਿਆਪਤ ਅਨਕ ਤਰੰਗਾ। ਮੇਰੇ ਮਨ ਅਗੰਮ ਅਗੋਚਰ, ਕਤ ਪਾਈਐ ਪੂਰਨ ਪਰਮੇਸ਼ਰ। हे मेरे मन, परमात्मा अगम है, अगोचर है, कत पाईए पूਰਨ परमेश्वर। ਇਹ ਮਨ ਦੇ ਨਾਲ ਤੂੰ ਕਿਵੇਂ ਉਹਨੂੰ ਪਾ ਸਕੇਂਗਾ? ਵਿਖਿਆ ਦੇ ਵਿੱਚ ਉਲਝ ਕੇ ਮਨ ਨੂੰ ਮੂੜ ਬਣਾ ਕੇ ਚਲਾਕੀਆਂ ਦੇ ਨਾਲ, ਚਤਰਾਈਆਂ ਦੇ ਨਾਲ, ਈਰਖਾ ਦੇ ਨਾਲ, ਸਾੜਿਆਂ ਦੇ ਨਾਲ, ਦੁਬਦਾ ਦੇ ਨਾਲ ਕਿਵੇਂ ਤੂੰ ਉਹਦੇ ਦਰਬਾਰ ਵਿੱਚ ਉਹਦਾ ਜਨ ਕਹਾਵੇਂਗਾ? ਫਰੀਦ ਸਾਹਿਬ ਜੀ ਇੱਕ ਬਹੁਤ ਸੁੰਦਰ ਬਚਨ ਕਰਦੇ ਹਨ। ਕਹਿੰਦੇ ਨੇ ਕਿ ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰਗਹਿ ਆਏ ਕੰਮ। ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰਗਹਿ ਆਏ ਕੰਮ। ਬੰਦੇ ਦੇ ਅਮਲ ਜਿਹੜੇ ਕਮਾਏ ਹੁੰਦੇ ਨੇ, ਸ਼ੁਭ ਗੁਣ ਜਿਹੜੇ, ਚੰਗੀਆਂ ਗੱਲਾਂ, ਚੰਗੀਆਂ ਆਦਤਾਂ, ਉਹਦੇ ਕੀਤੇ ਹੋਏ ਕਰਮ, ਇਹੀ ਪ੍ਰਮਾਤਮਾ ਦੇ ਦਰਬਾਰ ਵਿੱਚ ਉਹਨੂੰ ਸੋਭਨੀਕ ਬਣਾਉਂਦੇ ਨੇ, ਪਿਆਰਾ ਬਣਾਉਂਦੇ ਨੇ, ਉਹਦਾ ਜਨ ਬਣਾਉਂਦੇ ਨੇ। ਪਰ ਇਨਸਾਨ ਨੂੰ ਇਹ ਗੱਲ ਉਦੋਂ ਤੱਕ ਨਹੀਂ ਸਮਝ ਆਉਂਦੀ ਜਦੋਂ ਤੱਕ ਉਹਦੇ ਨਾਲ ਆਪ ਨਹੀਂ ਇਹ ਘਟਨਾ ਬੀਤਦੀ, ਆਪ ਨਹੀਂ ਉਹ ਸੱਟ ਵੱਜਦੀ ਉਹਦੇ ਅੰਦਰ, ਇਹ ਸੱਲ ਵੱਜਦਾ ਕਿ ਇਹ ਬਾਕੀ ਸਭ ਚੀਜ਼ਾਂ ਸਦੀਵੀ ਨਹੀਂ, ਸੁੱਖ ਦੇ ਪਾਉਣਗੀਆਂ ਜਿਹੜਾ ਕਿ ਉਹਦੇ ਪਿਆਰ ਵਿੱਚ ਸੁੱਖ ਆ। ਬਹੁਤ ਲੋਕ ਹਨ ਇੱਥੇ ਜਿਹੜੇ ਕਿ ਸਿਰਫ ਤੇ ਸਿਰਫ ਖਾਣ ਲਈ ਜਿਉਂਦੇ ਨੇ, ਸਿਰਫ ਤੇ ਸਿਰਫ ਉਹਨਾਂ ਦਾ ਕੰਮ ਇੰਨਾ ਹੀ ਆ ਕਿ ਆਪਣੇ ਸਵਾਰਥ ਲਈ ਜ਼ਿੰਦਗੀ ਜਿਉਣੀ। ਉਹਨਾਂ ਨੂੰ ਇਨਸਾਨੀਅਤ, ਇਨਸਾਨਾਂ ਦੇ ਨਾਲ ਕੋਈ ਮਤਲਬ ਨਹੀਂ। ਇਹਨਾਂ ਦੀ ਬਹੁਤ ਤਾਦਾਦ ਆ, ਸਵਾਰਥੀ ਹਨ ਮਨੁੱਖ ਬਹੁਤ ਜ਼ਿਆਦਾ। ਇਹ ਇੱਕ ਨਹੀਂ, ਦੋ ਨਹੀਂ, ਬਹੁਤ ਹਿੰਸੇ ਆ ਇਹਨਾਂ ਦੇ, ਬਹੁਤ ਗਿਣਤੀ ਇਹਨਾਂ ਦੀ, ਜਿਹੜੇ ਸਿਰਫ ਆਪਣੇ ਸਵਾਰਥ ਤੋਂ ਬਿਨਾਂ ਦੂਜਿਆਂ ਬਾਰੇ ਸੋਚ ਨਹੀਂ ਸਕਦੇ। ਔਰਜ ਰਹਿਓ ਵਿਖਿਆ ਕੈ ਰੰਗਾ, ਆਪਣੇ ਪਰਿਵਾਰ ਤੋਂ ਅੱਗੇ ਨਹੀਂ ਸੋਚ ਸਕਦੇ, ਆਪਣੇ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਸੋਚ ਸਕਦੇ। ਕਈ ਉਦੋਂ ਵੀ ਐਸੇ ਇਤਨੇ ਮੂੜ ਨੇ, ਉਹ ਆਪਣੇ ਤੋਂ ਵੱਧ ਨਹੀਂ ਕਿਸੇ ਬਾਰੇ ਸੋਚ ਸਕਦੇ। ਉਹਨਾਂ ਨੂੰ ਸਿਰਫ ਆਪਣੇ ਆਪ ਨਾਲ ਹੀ ਮਤਲਬ ਆ। ਕਈ ਐਸੇ ਨੇ ਦੁਨੀਆ ਤੇ, ਉਹਨਾਂ ਨੂੰ ਇਉਂ ਆ ਵੀ ਕੋਈ ਕੀ ਕਰਦਾ, ਭਾਵੇਂ ਉਹਨਾਂ ਸਾਹਮਣੇ ਮਰ ਰਿਹਾ ਹੋਵੇ, ਉਹਨਾਂ ਲਈ ਉਹਦੀ ਕੋਈ ਅਹਿਮੀਅਤ ਨਹੀਂ ਹੁੰਦੀ। ਇਹ ਸਵਾਰਥਪੁਣਾ ਜਿਹੜਾ ਹੈ ਬੰਦੇ ਦਾ, ਇਹਨੂੰ ਹੀ ਤਾਂ ਆਖਿਆ ਜਾਂਦਾ ਵੀ ਆਪਣੇ ਤੱਕ ਸੀਮਿਤ ਹੋਣਾ, ਆਪਣੇ ਆਪ ਤੱਕ ਹੀ ਬਸ ਧਿਆਨ ਰੱਖਣਾ, ਸਵਾਰਥ ਬਣ ਕੇ ਜ਼ਿੰਦਗੀ ਕੱਢ ਦੇਣੀ। ਔਰਜ ਰਹਿਓ ਵਿਖਿਆ ਕੈ ਸੰਗਾ, ਮਨੈ ਵਿਆਪਤ ਅਨਕ ਤਰੰਗਾ। ਉਲਝੇ ਰਹਿਣਾ ਵਿਖਿਆ ਦੇ ਸੰਗ ਹੋ ਕੇ, ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ ਜਦੋਂ ਬਲੀ ਕੰਧਾਰੀ ਨੂੰ ਜਿੱਥੇ ਤਾਰਿਆ, ਨੂਰ ਸ਼ਾਹ ਜਾਦੂਗਰਨੀ ਨੂੰ ਜਿੱਥੇ ਤਾਰਿਆ, ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਜਣ ਠੱਗ ਨੂੰ ਤਾਰਿਆ। ਇਵੇਂ ਇੱਕ ਮਲਕ ਭਾਗੋ ਨਾਂ ਦਾ ਵਿਅਕਤੀ ਸੀ। ਉਹ ਕੀ ਕਰਦਾ ਸੀ? ਪਹਿਲਾਂ ਲੋਕਾਂ ਦੇ ਹੱਕ ਮਾਰਦਾ, ਲੋਕਾਂ ਦੇ ਹੱਕ ਖਾ ਕੇ, ਉਹਨਾਂ ਦਾ ਖੂਨ ਚੂਸ ਕੇ ਬਾਅਦ ਵਿੱਚ ਬ੍ਰਹਮ ਭੋਜ ਕਰਦਾ ਸੀ। ਬ੍ਰਹਮ ਭੋਜ ਕਰਨਾ, ਉਹਦੇ ਵਿੱਚ ਫਕੀਰਾਂ ਨੂੰ ਬੁਲਾਉਣਾ, ਪੀਰਾਂ ਨੂੰ ਬੁਲਾਉਣਾ, ਲੋਕਾਂ ਨੂੰ ਬੁਲਾਉਣਾ, ਪ੍ਰਸ਼ਾਦਾ ਛਕਾਉਣਾ।
ਕਹਿਣਾ ਮੇਰੇ ਸਾਰੇ ਪਾਪ ਜਿਹੜੇ ਧੋਤੇ ਗਏ ਨੇ। ਪਹਿਲਾਂ ਪਾਪ ਕਰ ਦਿਓ, ਫਿਰ ਲੰਗਰ ਲਾ ਦਿਓ। ਸੋਚਦਾ ਸੀ ਐਵੇਂ ਮੇਰੇ ਪਾਪ ਨਾ ਧੋਤੇ ਜਾਣਗੇ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹਨੂੰ ਜਾ ਕੇ ਸਮਝਾਇਆ, ਜਦੋਂ ਇਹਦੇ ਬ੍ਰਹਮ ਭੋਜ ਵਿੱਚ ਨਹੀਂ ਗਏ, ਵਾਰ-ਵਾਰ ਇਹਨੇ ਭਾਈ ਲਾਲੋ ਜੀ ਦੇ ਘਰੇ ਸੱਦਾ ਭੇਜਿਆ। ਆਖਿਆ ਗਰੀਬ ਤਰਖਾਣ ਲਾਲੋ ਦੇ ਘਰੇ ਕੀ ਆ, ਜਿਹੜਾ ਤੁਸੀਂ ਉੱਥੇ ਟਿਕੇ ਹੋ, ਆਓ ਮੇਰੇ ਘਰੇ ਬ੍ਰਹਮ ਭੋਜ ਆ। ਮੇਰੇ ਪਾਸ ਬੜੇ ਤਰ੍ਹਾਂ ਦੇ ਪਦਾਰਥ ਨੇ। ਲਾਲੋ ਦੇ ਘਰੇ ਤੁਹਾਨੂੰ ਰੁੱਖੀ ਰੋਟੀ ਮਿਲੇਗੀ ਖਾਣ ਨੂੰ, ਜਿਹੜੀ ਚੋਪੜੀ ਵੀ ਨਹੀਂ ਹੋਵੇਗੀ। ਗੁਰੂ ਸਾਹਿਬ ਜੀ ਨੇ ਆਖਿਆ ਫਿਰ ਤੇਰੇ ਜੈਸੇ ਬੰਦੇ ਦੇ ਘਰੋਂ ਚੋਪੜੀ ਰੋਟੀ ਖਾ ਕੇ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਉਹ ਬੰਦੇ ਦੁੱਖ ਹੀ ਸਹਿਣਗੇ, ਦੁੱਖ ਹੀ ਸਹਿਣਗੇ। ਤੇਰੇ ਜੈਸੇ ਮਲੇਸ਼ ਬੰਦੇ ਦੇ ਘਰੋਂ ਖਾਣਾ ਖਾ ਕੇ ਭਾਰ ਹੀ ਪਵੇਗਾ ਸਿਰ ਤੇ। ਇਹਨੇ ਆਖਿਆ ਸੀ ਬਿਨਾਂ ਸਬੂਤ ਤੋਂ ਕਿਵੇਂ ਤੁਸੀਂ ਮੇਰੇ ਤੇ ਤੱਬਾ ਲਾ ਸਕਦੇ ਹੋ, ਦਾਗ ਲਾ ਸਕਦੇ ਹੋ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਪ੍ਰਤੱਖ ਦਿਖਾਇਆ ਕਿ ਗਰੀਬ ਤਰਖਾਣ ਭਾਈ ਲਾਲੋ ਜੀ ਦੀ ਰੋਟੀ ਵਿੱਚ ਦੁੱਧ ਦੀਆਂ ਧਾਰਾਂ ਨੇ, ਉਹ ਹੱਕ ਤੇ ਸੱਚ ਦੀ ਕਮਾਈ ਆ। ਤੇਰੇ ਮਾਲ ਕੂੜਿਆਂ ਦੇ ਵਿੱਚ ਦੇਖ, ਉਹਨਾਂ ਦੇ ਵਿੱਚ ਖੂਨ ਆ। ਤੂੰ ਲੋਕਾਂ ਦਾ ਖੂਨ ਚੂਸ ਕੇ ਹੱਕ ਮਾਰ ਮਾਰ ਕੇ ਲੰਗਰ ਲਾਏ ਹੋਏ ਨੇ। ਇਹ ਤੇਰਾ ਕਪਟ, ਇਹ ਤੇਰਾ ਪਖੰਡ, ਇਹ ਤੇਰਾ ਭਰਮ ਪਰਮਾਤਮਾ ਨੂੰ ਤੇ ਉਹਦੇ ਪਿਆਰਿਆਂ ਨੂੰ ਕਬੂਲ ਨਹੀਂ ਹੋ ਸਕਦਾ। ਲੋਕਾਂ ਨੂੰ ਤੂੰ ਪਾਗਲ ਬਣਾ ਸਕਦਾ ਲੰਗਰ ਲਾ ਕੇ, ਬ੍ਰਹਮ ਭੋਜ ਕਰਕੇ, ਪਰ ਪਰਮਾਤਮਾ ਨੂੰ ਨਹੀਂ ਬਣਾਇਆ ਜਾ ਸਕਦਾ। ਜਾਣ ਨਾ ਪਾਈਏ ਪ੍ਰਭ ਦਰਬਾਰਾ, ਭ੍ਰਮਤ ਵਿਆਪਤ ਜਰੇ ਕਵਾਰਾ। ਆਸਾ ਅੰਦੇਸਾ ਬੰਦ ਪਰਾਨਾ, ਮਹਿਣ ਨਾ ਪਾਵੇ ਫਿਰਤ ਬੇਗਾਨਾ। ਇਵੇਂ ਇਨਸਾਨ ਦੀਆਂ ਆਸਾਂ ਵੀ ਬਹੁਤ ਨੇ, ਉਮੀਦਾਂ ਵੀ ਬਹੁਤ ਨੇ, ਤੇ ਬੰਧਨ ਵੀ ਬਹੁਤ ਨੇ। ਆਸਾ ਹੀ ਬੰਦੇ ਨੂੰ ਬੰਧਨਾਂ 'ਚ ਪਾ ਕੇ ਰੱਖਦੀ ਅਸਲ ਦੇ ਵਿੱਚ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਉਹ ਮੂਰਖ ਬੰਦੇ ਦੀ ਇਹੀ ਨਿਸ਼ਾਨੀ ਹੁੰਦੀ ਆ। ਇਹ ਮੂਰਖਤਾ ਦੀਆਂ ਤਿੰਨ ਵੱਡੀਆਂ ਨਿਸ਼ਾਨੀਆਂ ਨੇ। ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਉਹ ਮੂਰਖ ਹੀ ਜਾਣੇ ਜਾਂਦੇ ਨੇ। ਪਹਿਲੀ ਗੱਲ ਤਾਂ ਸਭ ਤੋਂ ਇਹ ਆ ਕਿ ਕਿਸੇ ਬੇਗਾਨੇ ਬੰਦੇ ਤੇ ਆਸ ਰੱਖਣੀ, ਕਿਸੇ ਤੇ ਵੀ ਆਸ ਰੱਖਣੀ ਮੂਰਖਤਾ ਦਾ ਪਹਿਲਾ ਲੱਛਣ ਗਿਣਿਆ ਜਾਂਦਾ ਹੈ। ਮੈਂ ਕਿਸੇ ਤੇ ਆਸ ਲਾਈ ਬੈਠਾ ਹਾਂ, ਉਹ ਮੇਰੀ ਜ਼ਿੰਦਗੀ ਨੂੰ ਆ ਕੇ ਸਵਾਰੇਗਾ, ਉਹ ਮੇਰੀ ਜ਼ਿੰਦਗੀ ਨੂੰ ਸੋਹਣਾ ਬਣਾਵੇਗਾ, ਉਹ ਮੇਰੀ ਮਦਦ ਕਰੇਗਾ। ਇਹ ਮੂਰਖਤਾ ਦਾ ਪਹਿਲਾ ਲੱਛਣ ਹੈ। ਬਹੁਤ ਲੋਕ ਨੇ ਇੱਥੇ ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭਏ ਨਿਰਾਸ਼, ਸੁਖ ਫਲ ਪਾਇਆ। ਪਹਿਲਾਂ ਆਸਾ ਲਾ ਲੈਂਦੇ ਨੇ ਦੂਜਿਆਂ ਤੇ, ਆਪਣੇ ਆਪ ਕਰਕੇ ਉਹ ਖੁਸ਼ ਨਹੀਂ ਹੁੰਦੇ। ਬਹੁਤੇ ਲੋਕ ਇੱਥੇ ਨੇ ਜਿਹੜੇ ਆਪਣੇ ਆਪ ਕਰਕੇ ਖੁਸ਼ ਨਹੀਂ ਹੈਗੇ, ਉਹ ਦੂਜਿਆਂ ਕਰਕੇ ਖੁਸ਼ ਨੇ। ਦੂਜੇ ਉਹਨਾਂ ਨੂੰ ਖੁਸ਼ੀ ਦਿੰਦੇ ਨੇ ਤਾਂ ਉਹ ਖੁਸ਼ ਹੁੰਦੇ ਨੇ। ਦੂਜੇ ਉਹਨਾਂ ਨੂੰ ਜੇ ਅੱਜ ਖੁਸ਼ੀ ਦੇ ਰਹੇ ਨੇ ਤਾਂ ਤੁਸੀਂ ਖੁਸ਼ ਹੋ ਰਹੇ ਹੋ। ਜੇ ਕੱਲ੍ਹ ਨੂੰ ਜੇ ਉਹੀ ਬੰਦਾ ਤੁਹਾਨੂੰ ਦੁੱਖ ਦੇਵੇਗਾ ਤੁਸੀਂ ਦੁਖੀ ਹੋਵੋਗੇ। ਇਹਨਾਂ ਗੱਲਾਂ ਤੋਂ ਗੁਰੂ ਨਾਨਕ ਜੀ ਨੇ ਵਰਜਿਆ ਹੈ। ਕਹਿੰਦੇ ਕਿਸੇ ਤੇ ਵੀ ਆਸ ਨਾ ਰੱਖੋ ਕਦੇ ਵੀ, ਕਾਰਨ ਆਸਾ ਵਿੱਚ ਅਤ ਦੁੱਖ ਘਣਾ। ਆਸਾ ਦੇ ਵਿੱਚ ਦੁੱਖ ਹੀ ਹੁੰਦਾ ਤੇ ਥੋੜਾ ਨਹੀਂ, ਘਣਾ। ਘਣਾ ਦੇ ਮਤਲਬ ਬਹੁਤ ਦੁੱਖ। ਮਨ ਮੁਖ ਚਿਤ ਲਾਇਆ। ਤੇ ਮੂਰਖ ਬੰਦੇ ਹੀ ਕੇਵਲ ਜਿਹੜੇ ਨੇ ਆਸਾ ਰੱਖਦੇ ਨੇ। ਪਰ ਇਨਸਾਨ ਇਉਂ ਕਹਿੰਦਾ ਹੈ, ਇਨਸਾਨ ਦੀ ਸੋਚਣੀ ਇਵੇਂ ਦੀ ਆ। ਉਹ ਕਹਿੰਦਾ ਜਬ ਲਗ ਸਾਸ ਤਬ ਲਗ ਆਸ। ਜਦੋਂ ਤੱਕ ਸਾਸ ਨੇ, ਮਤਲਬ ਕਿ ਸਾਹ ਨੇ, ਉਦੋਂ ਤੱਕ ਮੈਂ ਕਿਸੇ ਤੇ ਆਸ ਲਾਊਂਗਾ ਹੀ ਲਾਊਂਗਾ। ਆਸਾਂ ਲਾਉਂਦੇ ਆ, ਆਸ ਟੁੱਟਦੀ ਆ, ਫਿਰ ਆਸ ਨਹੀਂ ਟੁੱਟਦੀ, ਬੰਦਾ ਟੁੱਟਦਾ ਹੈ। ਇਨ ਹਸਰਤੋਂ ਸੇ ਕਹਿ ਦੋ
कहीं और जा बसें। इतनी जगह कहाँ दिले दागदार में, उम्रे दराज मांग कर लाए थे 4 दिन। कुछ आरज़ू में कट गई कुछ इंतजार में। कितना बदनसीब है जफर दफन के लिए, 2 गज ज़मीं ना मिली कुएं यार में। लगता नहीं है दिल मेरा उजड़े दयार में, किसकी बनी है आलमे न पाएदार में। इन हसरतों से कह दो कहीं और जा बसें, इतनी जगह कहाँ है दिले दागदार में। बहादुर शाह जफर जी कहते ने बड़ा सुंदर फरमाउंदे हन, कहते ने कि ये दुनिया किसे दी नहीं बनती, ये दुनिया किसे दी नहीं बनती। कहते कदे मैं वो भी दिन सी जदों एक हुक्म करदा सी, हज़ारां हत्थ मेरे अगे आके जुड़ जाते सी। कहते सी बादशाह जी बोलो हुक्म करो की करिए। कहते अज मैं रंगून दी जेल च बंद हाँ, कोई मैनू पानी तक नहीं पुछदा। ये बहादुर शाह कह रहे ने, कहते अज मैं रंगून दी जेल विच बंद हाँ, अंग्रेज़ां ने मैनू कैद कर लिया, मेरी कोई बात नहीं पुछदा। आसा विच अत दुख घना, मन मुख चित लाया। मनमुख भये निराश, गुरमुख भये निराश, सुख फल पाया। गुरमुख बंदे आसा नहीं लाउंदे, मनमुख लाउंदे ने। कहंदे वड्डी बहुत वड्डी उम्र मंग के लियाया सी रब तो, किन्नी पुछया किसे पर, कहंदे 4 दिनां दी। उम्रे दराज मांग कर लाए थे 4 दिन, 2 आरज़ू में कट गई 2 इंतजार में। 2 दिन तां निकल गए कहंदे सुपने सजाउंदियां दे, ते 2 दिन लंघ गए उन्हां नूं उडीकदियां दे। अज पूरे होणगे, कल पूरे होणगे, परसों पूरे होणगे, कदे तां पूरे होणगे। इवें उन्हां नूं उडीकदियां नूं। इन हसरतों से कह दो कहीं और जा बसें। पर बहादुर शाह जफर ने अखीर च आख्या, कहंदे इन्हां आसां नूं आख दो कोई होर दिन लभ लो, हुण कोई होर ठिकाना लभ लो जिथे जाके रहण। ये मेरे कोल हुण जगह नहीं हैगी, कहीं और जा बसें। इतनी जगह कहाँ दिले दागदार में, कितना बदनसीब है जफर दफन के लिए। 2 गज जमीन ना मिली कुएं यार में। आख्या सी मैनू दफनायो अंतले समय, आखिरी इच्छा यही सी। मरदा मरदा बंदा भी इच्छा रखदा है। देखो असल दे विच मरदे बंदे भी आखिरी साहां ते भी होण तां भी इच्छा रख लेंदे ने, मैनू दफनायो, मैनू जलायो, मेरे जान तो बाद इवें करियो। फिर भी आसा रह जाती है। गुरु साहब जी कहते ने, कछु सियानप उक्त न मोरी, एक आस ठाकुर प्रभ तोरी। पर मैं हुण सारियां सियाणपां छड्डदियां ने, सारियां सियाणपां छड्ड के एक तेरे ते ही आस रखी आ, तेरे ते ही टेक रखी आ। करो बेनती संतन पासे, मेल लहु नानक अरदासे। मैं तेरे पास, तेरे मरीदां दे पास आके फरियाद करदा हाँ, जिवें उन्हां नूं मिलिया है उवें ही मैनू मेल लैहो जी। भयो किरपाल, जदों तुसी किरपालू हो जाते हो तां साध संग पाया, उदों साध संग की प्राप्ति हुंदी है। नानक तृप्ते पूरा पाया, फिर बंदे नूं एक रज मिलदा। वो रज दे विच ऐसा आनंद आ, यही बंदे नूं राजा बना के रखदा। पहला साध संग मिलदी है, साध संग दे विचों सिक्ख्या मिलदी है। सिक्ख्या दे विचों जिहड़ा बंदा उस सिक्ख्या नूं कमा लैंदा, उस नूं फिर रज आउंदा, तृप्ति हो जाती है। रज्जिया होया बंदा ही राजा बन जाता। इस करके ना बिना संतोख नहीं को राजै,
जिस तन को चार कुंठ उठतावे, सो तन हर शोभा ते पावे। जिस तन को चार कुंठ उठतावे, सो तन हर शोभा ते पावे। ਜਿਹੜਾ ਧਨ ਬੰਦੇ ਨੂੰ ਚਾਹੀਦਾ, ਜਿਹੜਾ ਦਿਨ ਬਦਿਨ ਵੱਧਦਾ ਹੀ ਰਹੇ, ਘਟੇ ਨਾ, ਇਹੋ ਜਿਹਾ ਧਨ ਕੇਵਲ ਪਰਮਾਤਮਾ ਦਾ ਨਾਮ ਹੀ ਆ। ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਬੰਦੇ ਨੂੰ ਐਸਾ ਸੁਖ ਚਾਹੀਦਾ ਜਿਹੜਾ ਕਦੇ ਦੁੱਖ 'ਚ ਨਾ ਬਦਲੇ। ਇਹ ਸਾਧੂਆਂ ਦੇ ਸੰਗ ਰਹਿਣ ਦੇ ਵਿੱਚ ਆ, ਉਹਨਾਂ ਦੀ ਉਸਤਤ ਕਰਨ ਦੇ ਵਿੱਚ ਆ। ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰਿ ਕੀ ਸਰਣੀ। ਬੰਦੇ ਨੂੰ ਇਹੋ ਜਿਹੀ ਸੋਭਾ ਚਾਹੀਦੀ ਆ ਜਿਹੜੀ ਕਦੇ ਵੀ ਬੇਇੱਜ਼ਤੀ ਵਿੱਚ ਨਾ ਬਦਲੇ। ਇਹੋ ਜਿਹੀ ਇੱਜ਼ਤ ਚਾਹੀਦੀ ਆ, ਇਹੋ ਜਿਹੀ ਇੱਜ਼ਤ ਗੁਰੂ ਦੇ ਨਾਲ ਜੁੜਨ ਦੇ ਵਿੱਚ ਆ। ਅਨਕ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰਿ ਅਵਖਦ ਲਾਏ। ਬੰਦੇ ਨੂੰ ਇੱਕ ਅਰੋਗਤਾ ਚਾਹੀਦੀ ਆ, ਦੇਹ ਅਰੋਗਤਾ, ਸਦਾ ਵਾਲਾ ਜੀਵਨ, ਜਿਹ 'ਚ ਕੋਈ ਰੋਗ ਨਾ ਹੋਵੇ। ਤਾਂ ਪਰਮੇਸ਼ਰ ਨੂੰ ਜਦੋਂ ਬੰਦਾ ਭੁਲਾਉਂਦਾ ਤਾਂ ਵਿਆਪਣ ਸਭੇ ਰੋਗ, ਸਾਰੇ ਰੋਗ ਉਹਨੂੰ ਲੱਗ ਜਾਂਦੇ ਨੇ। ਜਦੋਂ ਪਰਮੇਸ਼ਰ ਨੂੰ ਯਾਦ ਰੱਖਦਾ ਹੈ, ਰੋਗਾਂ ਦੇ ਹੁੰਦਿਆਂ ਹੋਇਆਂ ਵੀ ਉਹ ਰੋਗਾਂ ਨੂੰ ਫਿਰ ਗੌਲਦਾ ਨਹੀਂ, ਪਛਾਣਦਾ ਨਹੀਂ। ਬਹੁਤ ਸਾਖੀਆਂ ਆਉਂਦੀਆਂ ਹਨ ਗੁਰੂ ਮਹਾਰਾਜ ਦੇ ਜੀਵਨ ਦੇ ਵਿੱਚੋਂ। ਤਾਂ ਸਭ ਤੋਂ ਵੱਡਾ ਰੋਗ ਹੈ ਹੰਕਾਰ ਦਾ। ਇਹ ਬੰਦੇ ਨੂੰ ਗੁਰੂ ਵਾਲਾ ਨਹੀਂ ਬਣਨ ਦਿੰਦਾ। ਸ਼ਾਹਜਹਾਂ ਇੱਕ ਰਾਜਾ ਹੋਇਆ, ਉਹਦੇ ਦਰਬਾਰ ਵਿੱਚ ਇੱਕ ਪਠਾਨ ਸੀ ਜਿਹੜਾ ਕਿ ਪਹਾੜੀ ਰਾਜਿਆਂ ਤੋਂ ਹਾਰ ਕੇ ਵਾਪਸ ਆ ਗਿਆ। ਸ਼ਾਹਜਹਾਂ ਨੇ ਉਹਨੂੰ ਬੜੀਆਂ ਲਾਹਨਤਾਂ ਪਾਈਆਂ। ਦਰਬਾਰ ਦੇ ਵਿੱਚ ਆਖਿਆ, ਤੂੰ ਪਿੱਠ ਦਿਖਾ ਕੇ ਭੱਜ ਆਇਆ ਹੈ ਜੰਗੇ ਮੈਦਾਨ ਦੇ ਵਿੱਚੋਂ। ਤੇਰੇ ਵਰਗੇ ਸੈਨਾਪਤੀ ਦੀ ਹੁਣ ਮੈਨੂੰ ਲੋੜ ਨਹੀਂ। ਤੂੰ ਇੱਥੋਂ ਚਲਿਆ ਜਾ, ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗੀ। ਬਹੁਤ ਦੁਖੀ ਹੋ ਗਿਆ ਤੇ ਬਾਦਸ਼ਾਹ ਦੇ ਦਰਬਾਰ ਵਿੱਚੋਂ ਬਾਹਰ ਆ ਗਿਆ। ਉਦੋਂ 6ਵੇਂ ਪਾਤਸ਼ਾਹ ਜੀ ਕਰਤਾਰਪੁਰ ਆਏ ਹੋਏ ਸਨ। ਇਹਨੇ ਸੋਚਿਆ ਕਿ ਮੈਂ ਕਿਉਂ ਨਾ ਸਿੱਖਾਂ ਦੇ ਗੁਰੂ ਕੋਲ ਜਾ ਕੇ ਮਿਲਾਂ, ਉਹਨਾਂ ਦੀ ਸ਼ਰਨ ਵਿੱਚ ਚਲਿਆ ਜਾਵਾਂ। ਉਹ ਵੀ ਘੋੜੇ ਰੱਖਦੇ ਨੇ, ਸ਼ਸਤਰ ਰੱਖਦੇ ਨੇ ਤੇ ਇੱਕ ਜੰਗ ਉਹ ਜਿੱਤ ਵੀ ਚੁੱਕੇ ਨੇ ਸ਼ਾਹਜਹਾਂ ਦੀ ਫੌਜ ਤੋਂ। ਤਾਂ ਚੱਲ ਕੇ ਕਰਤਾਰਪੁਰ ਆਇਆ ਹੈ। ਗੁਰੂ ਜੀ ਇੱਕ ਬਗੀਚੇ ਵਿੱਚ ਬੈਠੇ ਸਨ, ਨਾਲ ਉਹਨਾਂ ਦੇ ਸੂਰਮੇ ਪੈਂਦੇ ਖਾਂ ਵਰਗੇ, ਬਿਧੀ ਚੰਦ ਵਰਗੇ ਤੇ ਹੋਰ ਸੂਰਮੇ ਸਨ। ਇਹ ਆ ਕੇ ਜਮਾਂ ਕੋਲ ਖੜ ਗਿਆ, ਪਰ ਮਨ ਦੇ ਵਿੱਚ ਹੰਕਾਰ ਭਰਿਆ ਹੋਇਆ ਹਜੇ ਵੀ ਬਹੁਤ ਜ਼ਿਆਦਾ ਹੰਕਾਰ ਆ। ਅੰਤਰਜਾਮੀ ਮੇਰੀ ਪੀਰੀ ਦੇ ਮਾਲਕ ਜੀ ਜਾਣ ਗਏ। ਸਤਿਗੁਰੂ ਜੀ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਆ ਕੇ ਖੜ ਗਿਆ ਬਿਲਕੁਲ ਲਾਗੇ ਹੀ, ਪਰ ਗੁਰੂ ਜੀ ਨੇ ਅੱਖ ਚੱਕ ਕੇ ਵੀ ਇਹਦੇ ਵੱਲ ਦੇਖਿਆ ਨਹੀਂ ਵੀ ਕੌਣ ਆਇਆ ਜਾਂ ਇਹ ਕੌਣ ਹੈ। ਤਾਂ ਬਹੁਤ ਗੁੱਸੇ ਵਿੱਚ ਆ ਗਿਆ। ਕਹਿਣ ਲੱਗਾ, ਇਹ ਕਿਹੋ ਜਿਹਾ ਗੁਰੂ ਆ ਜਿਹਨੇ ਮੇਰਾ ਆਦਰ ਸਨਮਾਨ ਤਾਂ ਕਿਤੇ ਰਿਹਾ, ਮੇਰੇ ਵੱਲ ਦੇਖਿਆ ਤੱਕ ਨਹੀਂ। ਕਹਿਣ ਲੱਗਾ, ਹੁਣੇ ਮੈਂ ਇਹਨੂੰ ਇਹਦੀ ਸਜ਼ਾ ਦੇਵਾਂਗਾ ਬਣਦੀ ਹੋਈ। ਹੁਣੇ ਮੈਂ ਆਪਣੀ ਤਲਵਾਰ ਦੇ ਨਾਲ ਇਹਦਾ ਸਿਰ ਕਲਮ ਕਰ ਦੇਣਾ ਇਸ ਗੁਰੂ ਦਾ, ਜਿਹਨੇ ਮੈਨੂੰ ਸਨਮਾਨ ਨਹੀਂ ਦਿੱਤਾ, ਆਦਰ ਨਹੀਂ ਦਿੱਤਾ। ਹਜੇ ਸੋਚ ਹੀ ਰਿਹਾ, ਆਪਣਾ ਹੱਥ ਤਲਵਾਰ ਦੇ ਵੱਲ ਲਿਜਾ ਰਿਹਾ ਹੈ। ਗੁਰੂ ਮਹਾਰਾਜ ਨੇ ਇਸ ਦਾ ਮਨ ਪੜ੍ਹ ਕੇ ਆਖਿਆ ਸੀ। ਫਿਰ ਸਤਿਗੁਰੂ ਜੀ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਆਖਿਆ, ਕਹਿਣ ਲੱਗੇ, ਖਾਨ ਜੀ, ਜਿੱਥੇ ਤਲਵਾਰ ਚਲਾਉਣੀ ਸੀ ਉੱਥੇ ਤੁਹਾਡੇ ਤੋਂ ਚੱਲਦੀ ਨਹੀਂ। ਜੰਗ ਦੇ ਮੈਦਾਨ ਵਿੱਚ ਪਿੱਠ ਦਿਖਾ ਕੇ ਭੱਜ ਆਏ ਹੋ ਤੇ ਜਿੱਥੇ ਨਿਮਰਤਾ ਦੀ ਲੋੜ ਆ ਗੁਰੂ ਘਰੇ, ਉੱਥੇ ਤੁਸੀਂ ਆ ਕੇ ਤਲਵਾਰਾਂ ਚਲਾਉਣ ਬਾਰੇ ਸੋਚ ਰਹੇ ਹੋ। ਪਹਾੜੀ ਰਾਜਿਆਂ ਤੋਂ ਹਾਰ ਕੇ ਆ ਗਏ ਹੋ। ਜਿੱਥੇ ਚਲਾਉਣੀ ਸੀ ਉੱਥੇ ਤਲਵਾਰ ਨਹੀਂ ਚੱਲ ਰਹੀ, ਜਿੱਥੇ ਨੀਵੇਂ ਹੋ ਕੇ ਆਈ ਦਾ ਉੱਥੇ ਆਕੜਾਂ ਨਾਲ ਆ ਰਹੇ ਹੋ। ਸਭ ਜਾਣ ਗਿਆ ਕਿ ਤਾਂ
ਪਿਛਲਾ ਸਮਾਂ ਵੀ ਦੱਸ ਦਿੱਤਾ, ਜਿਵੇਂ ਬੀਤਿਆ ਇੱਥੇ ਬੈਠਿਆਂ ਨੇ। ਮੇਰੇ ਮਨ 'ਚ ਕੀ ਚੱਲਦਾ ਉਹ ਵੀ ਦੱਸ ਦਿੱਤਾ, ਇੱਥੇ ਬੈਠਿਆਂ ਨੇ। ਫਿਰ ਲੰਮਾ ਪੈ ਗਿਆ, ਡੰਡੌਤ ਕੀਤੀ ਆ। ਕਹਿਣ ਲੱਗਾ, ਮਹਾਰਾਜ ਮੈਨੂੰ ਬਖਸ਼ ਲਵੋ, ਮੈਨੂੰ ਨਹੀਂ ਸੀ ਪਤਾ ਆਪ ਇੰਨੇ ਸਮਰੱਥ ਹੋ। ਮੈਂ ਤਾਂ ਆਪ ਜੀ ਨੂੰ ਇੱਕ ਆਮ ਸਧਾਰਨ ਦੀ ਸੈਨਾਪਤੀ ਦੀ ਤਰ੍ਹਾਂ ਹੀ ਮਿਲਣ ਆਇਆ ਸੀ। ਜਿਵੇਂ ਲੋਕ ਰਾਜਿਆਂ ਨੂੰ ਮਿਲਦੇ ਨੇ, ਇਵੇਂ ਮੈਂ ਮਿਲਣ ਆਇਆ ਸੀ। ਇਸ ਕਰਕੇ ਮੈਥੋਂ ਭੁੱਲ ਹੋ ਗਈ ਆ। ਗੁਰੂ ਮਹਾਰਾਜ ਨੇ ਆਖਿਆ, ਫਿਰ ਪਿਆਰ ਦੇ ਨਾਲ ਜਦੋਂ ਵੀ ਆਪਾਂ ਕਿਸੇ ਨੂੰ ਮਿਲਣ ਜਾਣਾ ਹੋਵੇ, ਖਾਨ ਸਾਹਿਬ ਜੀ, ਪਠਾਨ ਜੀ, ਉਦੋਂ ਨੀਵੇਂ ਹੋ ਕੇ ਜਾਣਾ ਚਾਹੀਦਾ, ਆਕੜਾਂ ਦੇ ਨਾਲ ਨਹੀਂ। ਤੁਸੀਂ ਫਿਕਰ ਨਾ ਕਰੋ, ਆਖਿਆ ਸੀ, ਕਿਵੇਂ ਨਾ ਕਿਵੇਂ ਕੋਈ ਐਸੀ ਵਿਧੀ ਬਣੇਗੀ, ਤੁਹਾਡੀ ਜਿਹੜੀ ਨੌਕਰੀ ਆ ਫਿਰ ਬਹਾਲ ਹੋ ਜਾਏਗੀ। ਜਿਵੇਂ ਸ਼ਾਹਜਹਾਂ ਨੇ ਬੇਇੱਜ਼ਤੀ ਕਰਕੇ ਕੱਢਿਆ, ਇਵੇਂ ਇੱਜ਼ਤ ਦੇ ਨਾਲ ਦੁਬਾਰਾ ਸੱਦ ਲੇਗਾ, ਪਰ ਸਮਾਂ ਬਣੇਗਾ ਕੋਈ ਐਸਾ। ਫਿਰ ਇਹ ਪਠਾਨ ਗੁਰੂ ਜੀ ਦਾ ਸਿੱਖ ਬਣ ਗਿਆ। ਗੁਰੂ ਜੀ ਦੇ ਪਾਸ ਰਹਿ ਕੇ ਇਹਨੇ ਬੜੀ ਸੇਵਾ ਕੀਤੀ ਆ। ਉਸ ਤੋਂ ਬਾਅਦ ਸ਼ਾਹਜਹਾਂ ਨੇ ਇੱਕ ਦਿਨ ਬੈਠਾ ਸੀ ਦਰਬਾਰ ਦੇ ਵਿੱਚ ਤੇ ਸੋਚਣ ਲੱਗਾ ਕਿ ਮੇਰੇ ਸੈਨਾਪਤੀ ਨੂੰ ਮੈਂ ਕੱਢਤਾ ਸੀ ਇੱਕ ਹਾਰ ਦੀ ਖਾਤਰ, ਪਰ ਉਹ ਮੈਥੋਂ ਭੁੱਲ ਹੋਈ ਲੱਗਦੀ ਆ। ਵਜ਼ੀਰਾਂ ਨੂੰ ਕਹਿਣ ਲੱਗਾ, ਉਹਨੇ ਪਹਿਲਾਂ ਬਹੁਤ ਜੰਗਾਂ ਲੜੀਆਂ, ਫਿਰ ਕੀ ਹੋਇਆ ਜੇ ਇੱਕ ਜੰਗ ਦੇ ਵਿੱਚੋਂ ਭੱਜ ਆਇਆ, ਤਾਂ ਮੈਨੂੰ ਲੱਗਦਾ ਮੈਥੋਂ ਭੁੱਲ ਹੋਈ ਆ, ਬਾਦਸ਼ਾਹ ਹੋ ਕੇ ਵੀ ਮੈਥੋਂ ਗਲਤੀ ਹੋ ਗਈ। ਉਹਨੂੰ ਬੁਲਾਓ ਇੱਥੇ ਦਰਬਾਰ 'ਚ, ਫਿਰ ਆਪਾਂ ਉਹਨੂੰ ਨੌਕਰੀ 'ਤੇ ਰੱਖਣਾ। ਗੁਰੂ ਮਹਾਰਾਜ ਦੇ ਬਚਨ ਸੱਚੇ ਹੋਏ। ਉਹ ਪਠਾਨ ਨੂੰ ਫਿਰ ਸੱਦ ਕੇ ਲਿਆਂਦਾ, ਇੱਜ਼ਤ ਦੇ ਕੇ ਫਿਰ ਦੁਬਾਰਾ ਸ਼ਾਹਜਹਾਂ ਨੇ ਉਹਨੂੰ ਪਦਵੀ 'ਤੇ ਰੱਖਿਆ। ਉਹੀ ਪਦਵੀ ਉਹਨੂੰ ਬਖਸ਼ ਦਿੱਤੀ। ਤੇ ਇਸ ਪ੍ਰਕਾਰ ਗੁਰੂ ਮਹਾਰਾਜ ਦੇ ਜਿਹੜੇ ਬਚਨ ਸਨ ਪੂਰੇ ਹੋਏ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਜਦੋਂ ਗੁਰੂ ਜੀ ਕਿਰਪਾਲੂ ਹੋ ਜਾਂਦੇ ਨੇ, ਉਦੋਂ ਸੰਗਤ ਮਿਲਦੀ ਆ ਬੰਦੇ ਨੂੰ। ਜਦੋਂ ਸੰਗਤ ਮਿਲਦੀ ਆ, ਉਦੋਂ ਬੰਦਾ ਤ੍ਰਿਪਤ ਜਾਂਦਾ ਹੈ, ਰਾਜਾ ਜਾਂਦਾ। ਉਹਨੂੰ ਰੱਜਿਆ ਹੋਇਆ ਮਨੁੱਖੀ ਰਾਜਾ ਹੈ। ਰਾਜੇ ਦੇ ਅਰਥ ਨੇ ਜਿਹੜਾ ਰੱਜ ਜਾਂਦਾ, ਜਿਹੜਾ ਰਾਜਾ ਹੋ ਕੇ ਵੀ ਅਜੇ ਮੰਗ ਰਿਹਾ, ਹੋਰ ਹੋਰ ਕਹਿ ਰਿਹਾ, ਉਹਨੂੰ ਰਾਜਾ ਕਹਿਣ ਦੀ ਲੋੜ ਨਹੀਂ। ਰਾਜੇ ਦੇ ਅਰਥ ਨੇ ਕਿ ਉਹ ਬੰਦਾ ਜਿਹੜਾ ਰੱਜਿਆ ਹੋਇਆ ਵਾ ਅੰਦਰੋਂ। ਤਾਂ ਗੁਰੂ ਸਾਹਿਬ ਜੀ ਨੇ ਇਹ ਕਹਿਣਾ ਪਿਆ, ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਕਹਿੰਦੇ ਭਾਵੇਂ ਕਿ ਬਹੁਤ ਗਿਆਨੀ ਨੇ, ਪੰਡਿਤ ਲੋਕ ਨੇ, ਭਾਵੇਂ ਕਿ ਬੜੇ ਸੂਰਮੇ ਨੇ, ਭਾਵੇਂ ਕਿ ਜਿਨ੍ਹਾਂ ਤੇ ਛਤਰ ਝੁਲਦੇ ਆ, ਛਤਰਪਤੀ ਰਾਜੇ ਨੇ, ਪਰ ਇਹ ਤਿੰਨੋਂ ਭਗਤ ਦੇ ਬਰਾਬਰ ਨਹੀਂ ਕਹਾ ਸਕਦੇ। ਉਹ ਲੈਵਲ ਨਹੀਂ ਇਹਨਾਂ ਦਾ ਹੋ ਸਕਦਾ ਉਹਨਾਂ ਉੱਚਾ ਜਿੰਨਾ ਭਗਤ ਦਾ। ਭਗਤ ਜਿਹੜਾ ਹੈ ਉਹ ਰੱਜਿਆ ਹੋਇਆ ਵਾ। ਹੋ ਸਕਦਾ ਰਾਜਾ ਰੱਜਿਆ ਹੋਇਆ ਨਾ ਹੋਵੇ। ਪੰਡਿਤ ਜਿਹੜਾ ਹੈ, ਹੋ ਸਕਦਾ ਉਹਨੂੰ ਵਿੱਦਿਆ ਬਹੁਤ ਪੜ੍ਹੀ ਹੋਵੇ, ਪਰ ਉਹਨੂੰ ਹੰਕਾਰ ਹੋ ਸਕਦਾ। ਸੂਰਮਾ ਹੋ ਸਕਦਾ ਉਹ 'ਚ ਬਹੁਤ ਜ਼ੋਰ ਹੋਵੇ ਤੇ ਇਸੇ ਹੀ ਜ਼ੋਰ ਦੇ ਮਾਣ ਵਿੱਚ ਉਹ ਡੁੱਬ ਜਾਵੇ। ਪਰ ਭਗਤ ਰਾਜਾ ਵੀ ਹੁੰਦਾ, ਭਗਤ ਸੂਰਮਾ ਵੀ ਹੁੰਦਾ, ਸੱਚ ਬੋਲਣ ਦੀ ਉਹ 'ਚ ਹਿੰਮਤ ਹੁੰਦੀ ਆ। ਭਗਤ ਰਾਜਾ ਵੀ ਹੁੰਦਾ, ਭਗਤ ਕੋਲ ਰੱਜ ਹੁੰਦਾ, ਸੰਤੋਖ ਹੁੰਦਾ। ਭਗਤ ਜਿਹੜਾ ਹੈ ਗਿਆਨੀ ਵੀ ਹੁੰਦਾ, ਪੰਡਿਤ ਵੀ ਹੁੰਦਾ, ਵਿਦਵਾਨ ਵੀ ਹੁੰਦਾ। ਤਾਂ ਇਹ ਤਿੰਨੋਂ ਮਿਲ ਕੇ ਭਗਤ ਦੀ ਰੀਸ ਨਹੀਂ ਕਰ ਸਕਦੇ। ਪੰਡਿਤ, ਸੂਰ, ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਇੱਕ ਸੱਚਾ ਭਗਤ ਸੂਰਮਾ ਵੀ ਹੁੰਦਾ, ਉਹ 'ਚ ਕਹਿਣ ਦੀ ਹਿੰਮਤ ਵੀ ਹੁੰਦੀ ਆ। ਜਿਵੇਂ ਕਬੀਰ ਸਾਹਿਬ ਜੀ ਨੇ ਆਖਿਆ ਸੀ, ਪੰਡਿਤ ਕ੍ਰੋਧ ਵਿਚਾਰ ਪੰਡਿਤ, ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ। ਕਬੀਰ ਸਾਹਿਬ ਜੀ ਕਹਿੰਦੇ ਸੀ, ਪੰਡਿਤ ਜੀ ਵੇਦਾਂ ਨੂੰ ਪੜ੍ਹਦੇ ਰਹਿੰਦੇ ਹੋ, ਕਦੇ ਆਪਦੇ ਮਨ ਨੂੰ ਵੀ ਪੜ੍ਹਿਆ ਕਰੋ, ਕਿੰਨਾ ਗੁੱਸਾ ਤੁਹਾਡੇ ਵਿੱਚ। ਫਿਰ ਉਹਨਾਂ ਆਖਿਆ ਸੀ ਕਿ ਦੇਖੋ ਕਿ ਜੇਕਰ ਸੁੰਨਤ ਕੀਤੇ ਹੀ ਸਾਰੇ ਮੁਸਲਮਾਨ ਹੋ ਜਾਂਦੇ ਨੇ, ਜੇਕਰ ਮੁਸਲਮਾਨ ਹੋ ਕੇ ਹੀ
ਤੇ ਇਹ ਧਰਮ ਦੇ ਵਿੱਚ ਗਤੀ ਮਿਲਦੀ ਹੈ ਤਾਂ ਬਾਕੀ ਧਰਮਾਂ ਵਾਲੇ ਜਿਹੜੇ ਨੇ ਲੋਕ ਉਹ ਕਿੱਧਰ ਨੂੰ ਜਾਣਗੇ। ਤਾਂ ਫਿਰ ਪਰਮਾਤਮਾ ਨੂੰ ਜਨਮ ਸਮੇਂ ਹੀ ਇਨਸਾਨ ਨੂੰ ਮੁਸਲਮਾਨ ਵਾਲੇ ਜਿਹੜੇ ਲੱਛਣ ਨੇ ਉਹ ਪੈਦਾ ਕਰਕੇ ਭੇਜਣਾ ਚਾਹੀਦਾ। ਜੇ ਪਰਮਾਤਮਾ ਇਹ ਚਾਹੁੰਦਾ ਹੋਵੇ ਕੇਵਲ ਮੁਸਲਮਾਨ ਹੀ ਤਰ ਸਕਦੇ ਨੇ, ਤਾਂ ਇਸ ਕਰਕੇ ਉਹਨਾਂ ਨੇ ਫਿਰ ਕਬੀਰ ਸਾਹਿਬ ਜੀ ਨੇ ਵਾਰ-ਵਾਰ ਇਹਨਾਂ ਪੰਡਤਾਂ ਨੂੰ, ਇਹਨਾਂ ਮੁਲਾਣਿਆਂ ਨੂੰ ਸਮਝਾਇਆ ਤੇ ਸਿਕੰਦਰ ਲੋਧੀ ਵਰਗੇ ਰਾਜਿਆਂ ਦੇ ਸਾਹਮਣੇ ਡਟ ਕੇ ਆਖ ਦਿੱਤਾ ਸੀ, ਪੂਰਾ ਸੱਚ ਡੋਲੇ ਨਹੀਂ। ਵਿਦਵਾਨ ਵੀ ਸਨ, ਭਗਤ ਵੀ ਸਨ, ਰੱਜੇ ਹੋਏ ਵੀ ਸਨ, ਰਾਜੇ ਵੀ ਸਨ। ਸੋ ਇੱਦਾਂ ਦੀ ਕਲਾ ਮਿਲਦੀ ਆ ਗੁਰੂ ਤੋਂ। ਜਦੋਂ ਕੋਈ ਸਾਧ ਸੰਗ ਵਿੱਚ ਆਉਣ ਲੱਗ ਜਾਂਦਾ, ਉਹ ਗਿਆਨੀ ਵੀ ਹੋ ਜਾਂਦਾ, ਗੁਰੂ ਨੂੰ ਸੁਣ ਕੇ ਵਿਦਵਾਨ ਵੀ ਹੋ ਜਾਂਦਾ, ਉਹ ਸੂਰਮਾ ਵੀ ਹੋ ਜਾਂਦਾ, ਉਹਨੂੰ ਰੱਜ ਵੀ ਆ ਜਾਂਦਾ, ਰਾਜਾ ਵੀ ਹੋ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ, ਨਹੀਂ ਬੰਦਿਆ ਤੂੰ ਉਰਜ ਰਹਿਓ, ਵਿਖਿਆ ਕੈ ਸੰਗਾ, ਮਨੈ ਵਿਆਪਤ ਅਨਕ ਤਰੰਗਾ। ਜਦੋਂ ਤੱਕ ਸੰਗਤ ਨਹੀਂ ਮਿਲਦੀ, ਉਲਝਿਆ ਬੰਦਾ ਰਹਿੰਦਾ ਹੈ। ਜਿਵੇਂ ਸਮੁੰਦਰ 'ਚ ਲਹਿਰ ਬਣਦੀ ਆ, ਇੱਕ ਨਹੀਂ ਕਈ ਲਹਿਰਾਂ ਬਣਦੀਆਂ ਨੇ, ਮਿਟ ਜਾਂਦੀਆਂ ਨੇ। ਇਵੇਂ ਬੰਦੇ ਅੰਦਰ ਫੁਰਨੇ ਆਉਂਦੇ ਨੇ, ਫਿਰ ਮਿਟ ਜਾਂਦੇ ਨੇ, ਫਿਰ ਫੁਰਨੇ ਉੱਠਦੇ ਨੇ, ਫਿਰ ਮਿਟ ਜਾਂਦੇ ਨੇ। ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਗੁਰੂ ਦੀ ਸੰਗਤ ਤੋਂ ਬਿਨਾਂ ਇਹਨਾਂ ਫੁਰਨਿਆਂ ਦੇ ਵਿੱਚ ਹੀ ਉਹਦੀ ਜਿਹੜੀ ਬੇੜੀ ਆ ਉਹ ਡੁੱਬ ਜਾਂਦੀ ਆ। ਇਹ ਫੁਰਨੇ ਹੀ ਉਹਨੂੰ ਡੁਬੋ ਦਿੰਦੇ ਨੇ, ਕਿਉਂਕਿ ਫੁਰਨੇ ਜਿਹੜੇ ਆਉਂਦੇ ਨੇ, ਇੱਕ ਦਿਨ ਬੰਦਾ ਉਹਨਾਂ ਦੇ ਪਿੱਛੇ ਲੱਗ ਕੇ ਉੱਦਾਂ ਦੇ ਕਰਮ ਕਰ ਬਹਿੰਦਾ ਜਿਹੜੇ ਉਹਦੇ ਚਰਿੱਤਰ 'ਤੇ ਦਾਗ ਲਵਾ ਦਿੰਦੇ ਨੇ। ਫਿਰ ਰਹਿੰਦੀ ਉਮਰ ਤੱਕ ਉਹ ਲੈਂਦੇ ਨਹੀਂ। ਤਾਂ ਹੀ ਕਿਹਾ ਜਾਂਦਾ ਇਹ ਫੁਰਨੇ ਜਿਹੜੇ ਨੇ ਬਹੁਤ ਜ਼ਿਆਦਾ ਆਉਂਦੇ ਨੇ ਬੰਦੇ ਦੇ ਅੰਦਰ। ਬੰਦੇ ਨੂੰ ਇਹ ਚਲਾਉਂਦੇ ਨੇ, ਬੰਦਾ ਇਹਨਾਂ ਨੂੰ ਨਹੀਂ ਚਲਾਉਂਦਾ। ਬੰਦਾ ਇਹਨਾਂ ਦੇ ਪਿੱਛੇ ਲੱਗ ਜਾਂਦਾ ਹੈ। ਉਹਨੂੰ ਹੀ ਆਖਿਆ ਜਾਂਦਾ ਮਨ ਮੁਖ। ਜਿਹੜਾ ਗੁਰੂ ਦੇ ਪਿੱਛੇ ਲੱਗ ਜਾਂਦਾ ਉਹਨੂੰ ਹੀ ਆਖਿਆ ਜਾਂਦਾ ਜਿਹਦਾ ਗੁਰੂ ਵੱਲ ਮੁਖ ਆ, ਗੁਰਮੁਖ। ਇੰਨੀਆਂ ਕੁ ਬੇਨਤੀਆਂ ਕਰੋ ਸਵੀਕਾਰ। ਗੁਰੂ ਅਰਜਨ ਦੇਵ ਜੀ ਦੀ ਸ਼ਾਨ ਬਹੁਤ ਉੱਚੀ ਹੈ। ਬੋਲਦਿਆਂ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ, ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ, ਸਤਿਗੁਰੂ ਜੀ ਸਮਰੱਥ ਹਨ, ਸੰਗਤ ਬਖਸ਼ਣ ਯੋਗ ਹੈ। ਅੱਗੇ ਵਾਸਤੇ ਅਸੀਸ ਬਖਸ਼ੋ ਜੀ। ਆਓ ਹੁਣ ਆਪਾਂ ਪਿਆਰ ਅਦਬ ਸਹਿਤ ਉਸ ਕਰਤਾਰ ਨੂੰ ਯਾਦ ਕਰੀਏ ਜਿਹਨੇ ਸਾਨੂੰ ਸਾਜਿਆ ਹੈ, ਜਿਹਨੇ ਸਾਨੂੰ ਘੜਿਆ ਹੈ, ਜਿਹਨੇ ਸਾਨੂੰ ਸਾਧ ਸੰਗਤ ਕਰਨ ਲਈ ਇਸ ਮਾਤ ਲੋਕ ਤੇ ਭੇਜਿਆ ਹੈ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰਦਾਸ, ਜੀਉ ਪਿੰਡ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਮਿਹਰ ਦਾ ਸਦਕਾ ਸਾਨੂੰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਕੀਮਤੀ ਸਮਾਂ ਪ੍ਰਾਪਤ ਹੋਇਆ ਹੈ। ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਰਚਨਾ ਤੋਂ ਅਸ਼ਟਪਦੀਆਂ ਦੇ ਰੂਪ ਵਿੱਚ ਗਾਇਨ ਕੀਤਾ ਹੋਇਆ ਹੈ। ਸੋ ਆਓ ਗੁਰਬਾਣੀ ਵਿਚਾਰ ਨੂੰ ਆਪਾਂ ਆਰੰਭ ਕਰੀਏ। ਪ੍ਰਥਮ ਪਿਆਰ ਅਦਬ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹ 759 ਅੰਗ ਦੇ ਉੱਪਰ ਜੋ ਪਾਵਨ ਸ਼੍ਰੀ ਮੁਖ ਵਾਕ ਦਰਜ ਹੈ, ਸੂਹੀ ਰਾਗ ਦੇ ਵਿੱਚ 8 ਪਦਿਆਂ ਵਾਲੇ ਇਸ ਸ਼ਬਦ ਦੇ ਵਿੱਚ ਗੁਰੂ ਜੀ ਮਨੁੱਖ ਦੇ ਮਨ ਦੀ ਜਿਹੜੀ ਹਾਲਤ ਹੁੰਦੀ ਆ, ਜਿਹੜਾ ਗੁਰੂ ਦੇ ਨਾਲੋਂ ਟੁੱਟਿਆ ਹੁੰਦਾ, ਉਹ ਯਾਦਾਂ ਕਰਕੇ ਸਿਮਰਤੀ ਕਰਕੇ ਗੁਰੂ ਨਾਲੋਂ ਵਿਛੜਿਆ ਹੁੰਦਾ, ਉਹਦੇ ਮਨ 'ਚ ਕੀ ਕੀ ਫੁਰਨੇ ਚੱਲਦੇ ਨੇ, ਕੀ ਕੀ ਖਿਆਲ ਚੱਲਦੇ ਹਨ, ਉਹਨਾਂ ਦਾ ਹੀ ਜ਼ਿਕਰ ਆ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਔਰਜ ਰਹਿਓ ਵਿਖਿਆ ਕੈ ਸੰਗਾ, ਮਨੇ ਵਿਆਪਤ ਅਨਕ ਤਰੰਗਾ। ਔਰਜ ਰਹਿਓ ਵਿਖਿਆ ਕੈ ਸੰਗਾ, ਮਨੇ ਵਿਆਪਤ ਅਨਕ ਤਰੰਗਾ। ਕਹਿੰਦੇ ਨੇ ਜਿਵੇਂ ਕਿ ਸਮੁੰਦਰ ਲਹਿਰਾਂ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਮਨ ਜਿਹੜਾ ਹੈ ਇੱਕ ਉਖੜੇ ਹੋਏ ਬੰਦੇ ਦਾ, ਉਹ ਖਿਆਲਾਂ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਬਹੁਤੇ ਖਿਆਲਾਂ ਦੇ ਵੇਗ, ਜਿਵੇਂ ਸਮੁੰਦਰ ਦੇ ਵਿੱਚ ਬਹੁਤ ਲਹਿਰਾਂ ਬਣਦੀਆਂ ਨੇ, ਮਿਟ ਜਾਂਦੀਆਂ ਨੇ,
ਬਣਦੀਆਂ ਨੇ ਮਿਟ ਜਾਂਦੀਆਂ ਨੇ। ਲਹਿਰਾਂ ਤੋਂ ਬਿਨਾਂ ਸਮੁੰਦਰ ਨਹੀਂ ਹੁੰਦਾ, ਸਮੱਸਿਆਵਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੁੰਦੀ। ਉਰਜ ਰਹਿਓ ਵਿਖਿਆ ਕੈ ਸੰਗਾ, ਮਨੇ ਵਿਆਪਤ ਅਨਕ ਤਰੰਗਾ। ਮਨੁੱਖ ਦਾ ਜਿਹੜਾ ਮਨ ਆ ਉਲਝ ਜਾਂਦਾ ਹੈ ਵਿਖਿਆ ਦੇ ਵਿੱਚ, ਦੂਜੇ ਭਾਅ ਦੇ ਵਿੱਚ, ਉਹ ਚੀਜ਼ਾਂ ਦੇ ਵਿੱਚ ਜਿਹੜੀਆਂ ਇਹਨੂੰ ਸੁਖੀ ਹੋਣ ਦਾ ਭੁਲੇਖਾ ਦਿੰਦੀਆਂ ਨੇ ਪਰ ਸੁਖੀ ਕਰਦੀਆਂ ਨਹੀਂ।